ਹੁਣ ਤੱਕ ਸਾਨੂੰ ਟਣਕਾਇਆ ਗਿਆ ਹੈ, ਹੁਣ ਤੱਕ ਸਾਨੂੰ ਲਾਰੇ ਲਾਏ ਗਏ ਆ, ਉਹ ਚੀਜ਼ ਵੀ ਕਿਤੇ ਨਾ ਕਿਤੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਭਾਖੜੇ ਦੇ ਵਿੱਚੋਂ ਜਿਹੜੀ ਬੱਤੀ ਬਣਦੀ ਹੈ ਉਹ ਬਣ ਕੇ ਜਦੋਂ ਦਿੱਲੀ ਪਹੁੰਚਦੀ ਹੈ ਤਾਂ ਯੂਨਿਟ ਦਾ ਰੇਟ ਹੋਰ ਹੈ, ਪਰ ਪੰਜਾਬ ਨੂੰ ਰੇਟ ਹੋਰ ਮਿਲ ਰਿਹਾ। ਫਿਰ ਜੇ ਹਰਾ ਇਨਕਲਾਬ ਲਿਆਂਦਾ ਹੈ ਤਾਂ ਉਹਦੇ ਵਾਸਤੇ ਪੰਜਾਬ ਨੇ ਆਪਣੀ ਜ਼ਮੀਨ ਵੀ ਖਰਾਬ ਕੀਤੀ, ਆਪਣੇ ਪਾਣੀ ਵੀ ਖਰਾਬ ਕੀਤੇ। ਉਹਦੀ ਬਦੌਲਤ ਸਾਨੂੰ ਮਿਲਿਆ ਕਿ ਆਹ 3 ਖੇਤੀ ਕਾਨੂੰਨ। ਪਹਿਲੀ ਗੱਲ ਤਾਂ ਇਸ ਗੱਲ ਦੀ ਸ਼ਾਬਾਸ਼ ਹੈ ਕਿ ਤੁਹਾਡੇ ਅੰਦਰ ਅਜੇ ਵੀ ਦਰਦ ਹੈਗਾ, ਚਾਹੇ ਤੁਸੀਂ ਕਿੱਦਾਂ ਦੇ ਵੀ ਗਾਣੇ ਗਾਏ ਸੀਗੇ ਨਾ। ਸੈਂਟਰ ਦੀ ਸੋਚ ਇਹ ਹੈ ਕਿ ਇਹ ਪੜ੍ਹੇ ਲਿਖੇ ਨਹੀਂ, ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਨੇ ਕੋਈ ਕਿਤਾਬ ਖੋਲ੍ਹ ਕੇ ਨਹੀਂ ਦੇਖੀ ਕਦੇ। ਇਹ ਬਹੁਤ ਵੱਡਾ ਵਹਿਮ ਆ ਉਹਨਾਂ ਦਾ। ਜੇ ਇੰਨਾ ਪੜ੍ਹੇ ਲਿਖੇ ਬੱਚੇ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਖੜ੍ਹੇ ਨੇ ਤਾਂ ਫਿਰ ਸੈਂਟਰ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਹੈ। ਗੱਲ ਹਾਰ ਮੰਨਣ ਦੀ ਵੀ ਨਹੀਂ ਹੈ, ਗੱਲ ਤਾਂ ਸਿੱਧੀ ਸਾਫ਼ ਆ ਕਿ ਸਰਕਾਰ ਹੁੰਦੀ ਕਾਹਦੇ ਵਾਸਤੇ, ਲੋਕਾਂ ਦੇ ਫਾਇਦੇ ਵਾਸਤੇ। ਜੇ ਲੋਕਾਂ ਨੂੰ ਫਾਇਦਾ ਨਹੀਂ ਦਿਸ ਰਿਹਾ ਇਹਦੇ ਵਿੱਚ ਤਾਂ ਫਿਰ ਸਰਕਾਰ ਨੂੰ ਇਹਦੇ ਵਿੱਚ ਅਮੈਂਡਮੈਂਟਸ ਜ਼ਰੂਰ ਕਰਨੀ। ਦੇਸ਼ ਵਾਸਤੇ ਤਾਂ ਕਿੱਥੇ ਸੋਚਿਆ ਜਾ ਰਿਹਾ, ਦੇਸ਼ ਵਾਸਤੇ ਨਹੀਂ ਸੋਚਿਆ ਜਾ ਰਿਹਾ, ਤਾਂ ਨਿੱਜੀ ਫਾਇਦਿਆਂ ਦੀ ਗੱਲ ਹੈ। ਅਤੇ ਜੇ ਵਾਕਿਆ ਫਾਇਦਾ ਹੋਵੇ ਤਾਂ ਅਸੀਂ ਮੂਰਖ ਥੋੜ੍ਹੀ ਹਾਂ ਕਿ ਅਸੀਂ ਆਪਣਾ ਫਾਇਦਾ ਛੱਡ ਕੇ ਨੁਕਸਾਨ ਵਾਲੇ ਪਾਸੇ ਨੂੰ ਮੂੰਹ ਕਰ ਲਵਾਂਗੇ। ਜੇ ਸਾਨੂੰ ਦਿਸਦਾ ਆ ਵੀ ਇਹਦੇ 'ਚ ਅੱਗੇ ਹਨੇਰਾ ਆ ਤਾਂ ਹੀ ਅਸੀਂ ਸਾਰੇ ਇਕੱਠੇ ਰਲ ਕੇ ਇਹਦੇ ਅਗੇਂਸਟ ਬੈਠੇ ਹੋਏ। ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਲੈ ਕੇ ਆਈ ਤੇ ਪੰਜਾਬ ਦੇ ਕਿਸਾਨ ਉਸ ਦਾ ਡਟ ਕੇ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਆ। तमाम ਪੋਲੀਟੀਕਲ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਕੇਂਦਰ ਸਰਕਾਰ ਜੋ ਖੇਤੀਬਾੜੀ ਕਾਨੂੰਨ ਲੈ ਕੇ ਆਈ ਉਸ ਦਾ ਵਿਰੋਧ ਦੇ ਵਿੱਚ ਲਗਾਤਾਰ ਡਟੇ ਹੋਏ ਨੇ ਤੇ ਉਸ ਦਾ ਵਿਰੋਧ ਕੀਤਾ ਜਾ ਰਿਹਾ। 26 ਤੇ 27 ਦੇ ਸੰਘਰਸ਼ ਨੂੰ ਲੈ ਕੇ ਕਿਸਾਨਾਂ ਨੇ ਰਣਨੀਤੀ ਉਲੀਕੀ ਹੋਈ ਹੈ ਕਿ ਦਿੱਲੀ ਘੇਰਨ ਦਾ ਪਲਾਨ ਹੈ। ਸਾਡੇ ਨਾਲ ਵੀਰ ਸਿੰਘ ਹੁਣੀ ਨੇ। ਵੀਰ ਸਿੰਘ ਬਾਰੇ ਸਿੱਧੇ ਜਿਹੇ ਸ਼ਬਦਾਂ 'ਚ ਕਹਾਂ ਤਾਂ ਵੀਰ ਸਿੰਘ ਹੁਣਾਂ ਬਾਰੇ ਇਹ ਕਿਹਾ ਜਾਂਦਾ ਕਿ ਵੀਰ ਸਿੰਘ ਸੱਚ ਲਿਖਦੇ ਨੇ ਤੇ ਬਾਹਲਾ ਤੱਤਾ ਲਿਖਦੇ ਨੇ ਜੋ ਲੋਕਾਂ ਨੂੰ ਹਜਮ ਔਖਾ ਹੀ ਹੁੰਦਾ। ਵੀਰ ਸਿੰਘ ਜੀ, ਕਿਸਾਨੀ ਸੰਘਰਸ਼ ਆਪਦੀ ਪੂਰੇ ਚਰਮ ਤੇ ਹੈ, ਤੁਹਾਨੂੰ ਕੀ ਲੱਗਦਾ ਕਿਸ ਪਾਸੇ ਨੂੰ ਜਾਊਗਾ ਸੰਘਰਸ਼? ਦੇਖੋ, ਸੰਘਰਸ਼ ਸਭ ਤੋਂ ਸੋਹਣੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਸੰਘਰਸ਼ ਨੂੰ ਕਿਸੇ ਇੱਕ ਕਮੇਟੀ ਨਾਲ, ਇੱਕ ਸਿਆਸੀ ਪਾਰਟੀ ਨਾਲ ਜਾਂ ਇੱਕ ਫਿਰਕੇ ਜਾਂ ਇੱਕ ਧਰਮ ਨਾਲ ਨਹੀਂ ਜੋੜਿਆ ਗਿਆ। ਸੰਘਰਸ਼ ਦਾ ਏਕਾ ਜਿਹੜਾ ਆ ਉਹ ਅਜੇ ਤੱਕ ਸਾਨੂੰ ਵੇਖਣ ਨੂੰ ਮਿਲ ਰਿਹਾ, ਅਤੇ ਸਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਅਜੇ ਤੱਕ ਕਿਸੇ ਸਿਆਸੀ ਧਿਰ ਨਾਲ ਜਾਂ ਕਿਸੇ ਰਿਲੀਜੀਅਸ ਗਰੁੱਪ ਦੇ ਨਾਲ ਨਹੀਂ ਜੋੜਿਆ ਗਿਆ। ਜਿਹੜੀ ਪੰਜਾਬ ਦੀ ਪਹਿਲੀ ਜਿੱਤ ਹੈ। ਦੂਸਰੀ ਜਿੱਤ ਇਹ ਹੈ ਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਵਿੱਚ ਨੌਜਵਾਨ ਪੀੜ੍ਹੀ, ਬੀਬੀਆਂ, ਬੱਚੇ ਜਦੋਂ ਸ਼ਮੂਲੀਅਤ ਕਰ ਰਹੇ ਨੇ ਤਾਂ ਇੱਕ ਅਵੇਅਰਨੈਸ ਕੈਂਪੇਨ ਦਾ ਰੂਪ ਇਹ ਸੰਘਰਸ਼ ਲੈ ਚੁੱਕਾ ਹੈ। ਇਹਦੇ ਨਾਲ ਨਾ ਕਿ ਸਿਰਫ ਇਹਨਾਂ 3 ਕਾਨੂੰਨਾਂ ਦੀ ਗੱਲ ਲੋਕਾਂ ਤੱਕ ਪਹੁੰਚ ਰਹੀ ਹੈ, ਬਲਕਿ ਜਿੰਨੀਆਂ ਵਧੀਕੀਆਂ ਹੁਣ ਤੱਕ ਹੋਈਆਂ ਨੇ ਪੰਜਾਬ ਦੇ ਨਾਲ ਉਹ ਸਾਰੀਆਂ ਦੇ ਉੱਤੇ ਹੀ ਚਾਨਣਾ ਪੈ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਾਂ ਗੱਲਬਾਤ ਕਰਨ ਤੋਂ ਮਨਾ ਕੀਤਾ ਸੀ ਕਿ ਜੋ ਅਸੀਂ ਕਾਨੂੰਨ ਬਣਾ ਦਿੱਤੇ ਆ ਉਹਨਾਂ ਦੇ ਵਿੱਚ ਕੋਈ ਸੋਧ ਦੀ ਵੀ ਕੋਈ ਗੁੰਜਾਇਸ਼ ਨਹੀਂ, ਪਰ ਹੁਣ ਗੱਲਾਂ ਬਾਤਾਂ ਹੋਈਆਂ, ਗੱਲਬਾਤ ਹੋਈ ਹੈ। ਕੱਲ੍ਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਵੀ 1-2 ਦਿਨ ਪਹਿਲਾਂ ਮੁਲਾਕਾਤ ਹੋਈ ਕਿਸਾਨਾਂ ਦੀ। ਰੇਲ ਗੱਡੀਆਂ ਨਹੀਂ ਆ ਰਹੀਆਂ ਸੀ, ਖਾਸ ਕਰਕੇ ਮਾਲ ਗੱਡੀਆਂ, ਯੂਰੀਆ ਨਹੀਂ ਆ ਰਿਹਾ। ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਿਸਾਨ ਕਹਿੰਦੇ ਕਿ ਕੇਂਦਰ ਵਿਤਕਰਾ ਕਰ ਰਿਹਾ ਕਿਸਾਨਾਂ ਦੇ ਨਾਲ, ਪੰਜਾਬ ਦੇ ਨਾਲ। ਵਿਤਕਰਾ ਤਾਂ ਬਹੁਤ ਚਿਰ ਤੋਂ ਹੋ ਰਿਹਾ ਭਾਈ ਸਾਹਿਬ। ਬਾਕੀ ਦੂਸਰੀ ਗੱਲ ਇਹ ਹੈ ਕਿ ਅਸੀਂ ਬੁੱਧੀਜੀਵੀਆਂ ਦੇ ਨਾਲ ਸਹਿਮਤ ਹਾਂ। ਜਿੱਦਾਂ ਉਹਨਾਂ ਦੀ ਰਣਨੀਤੀ ਹੋਏਗੀ, ਜੋ ਉਹਨਾਂ ਦੀ ਪਲੈਨਿੰਗ ਹੋਏਗੀ, ਚਾਹੇ ਦਿੱਲੀ ਜਾਣ ਨੂੰ ਲੈ ਕੇ ਹੋਵੇ, ਚਾਹੇ ਧਰਨੇ ਦਾ ਅੱਗੇ ਮੂੰਹ ਮੱਥਾ ਕੀ ਹੋਣਾ ਚਾਹੀਦਾ, ਸੰਘਰਸ਼ ਕਿਸ ਤਰ੍ਹਾਂ ਵੱਢਣੇ ਆ, ਕਿਵੇਂ ਰਨ ਕਰਨੇ ਆ, ਇਹਦੇ ਬਾਰੇ ਬੁੱਧੀਜੀਵੀ ਬੈਟਰ ਪਲੈਨਿੰਗ ਦੇ ਸਕਦੇ ਆ। ਸਾਡਾ ਕੰਮ ਹੈ ਕਿ ਅਸੀਂ ਉਹਨਾਂ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਜੋੜ ਕੇ ਇਸ ਆਵਾਜ਼ ਨੂੰ ਹੋਰ ਬੁਲੰਦ ਕਰੀਏ। ਉਹਨਾਂ ਦੇ ਨਾਅਰੇ ਨੂੰ ਅਸੀਂ ਆਪਣੀ ਜ਼ੁਬਾਨ 'ਤੇ ਚੜ੍ਹਾ ਕੇ ਲੋਕਾਂ ਤੱਕ ਪਹੁੰਚਦਾ ਕਰੀਏ। ਸਾਡਾ ਕੰਮ ਇਹ ਹੈ। ਅਸੀਂ ਇਨੀਸ਼ੀਏਟਰ ਨਹੀਂ ਹਾਂ, ਪਰ ਅਸੀਂ ਸਪੋਰਟਰਸ ਹਾਂ ਔਰ ਅਸੀਂ ਡਟ ਕੇ ਸਪੋਰਟ ਕਰਦੇ ਰਹਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ। ਤੁਹਾਨੂੰ ਲੱਗਦਾ ਕੀ ਆ, ਜਿੱਦਾਂ ਕਿ ਮੈਂ ਪਹਿਲਾਂ ਵੀ ਪੁੱਛਿਆ ਵੀ ਸੰਘਰਸ਼ ਜਾਂਦਾ ਕਿਸ ਪਾਸੇ ਨੂੰ ਲੱਗ ਰਿਹਾ ਤੁਹਾਨੂੰ ਲੱਗਦਾ ਕਿ ਹੁਣ ਤੱਕ ਸੁਣਵਾਈ ਹੋ ਜਾਣੀ ਚਾਹੀਦੀ ਸੀ ਜਾਂ ਹੁਣ ਤੱਕ ਕੋਈ ਗੱਲਬਾਤ ਹੋ ਜਾਂਦੀ? ਹਾਲਾਂਕਿ ਗੱਲਬਾਤ 1-2 ਵਾਰ ਹੋਈ ਹੈ ਪਰ ਕੋਈ ਸਿੱਟਾ ਨਿਕਲਿਆ ਨਹੀਂ ਉਸਦਾ। ਕਿਸ ਪਾਸੇ ਨੂੰ ਜਾਂਦਾ ਲੱਗ ਰਿਹਾ ਤੁਹਾਨੂੰ? ਸੰਘਰਸ਼ ਲੰਬਾ ਚੱਲੂਗਾ ਜਾਂ 26-27 ਨੂੰ ਕੁਝ ਗੱਲਬਾਤ ਹੋਊਗੀ, ਉਸ ਤੋਂ ਬਾਅਦ ਕੁਝ ਹੱਲ ਹੋ ਸਕਦਾ ਮਸਲਾ? ਦੇਖੋ, ਜਿਹੜਾ ਸੰਘਰਸ਼ ਅਸੀਂ ਵਿੱਢ ਚੁੱਕੇ ਹਾਂ ਨਾ, ਇਹ ਸੰਘਰਸ਼ ਇੱਦਾਂ ਦਾ ਹੈ ਕਿ ਇਹ ਬਹੁਤ ਲੰਬਾ ਚੱਲਣ ਵਾਲਾ, ਕਿਉਂਕਿ ਇਹ ਸਿਰਫ ਹੁਣ ਖੇਤੀ ਕਾਨੂੰਨਾਂ ਦੀ ਜੇ ਗੱਲ ਕਰੀਏ ਉਹ ਤਾਂ ਰਿਜ਼ਲਟਸ ਆਪਾਂ ਬਹੁਤ ਛੇਤੀ ਲੈ ਲਵਾਂਗੇ, ਪਰ ਉਹਦੇ ਬਾਅਦ ਵੀ ਇਹ ਸੰਘਰਸ਼ ਜਿਹੜਾ ਹੈ ਜਾਰੀ ਰਹਿਣ ਵਾਲਾ। ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿੱਦਾਂ ਹੁਣ ਅਸੀਂ ਸਾਰੇ ਜੁੜ ਚੁੱਕੇ ਹਾਂ, ਇਹਦੇ ਨਾਲ ਸਾਡੀਆਂ ਪੁਰਾਣੀਆਂ ਮੰਗਾਂ ਜਿਹੜੀਆਂ ਨੇ ਉਹ ਵੀ ਜ਼ਾਹਿਰ ਹੋਣੀਆਂ ਸ਼ੁਰੂ ਹੋ ਗਈਆਂ ਨੇ। ਉਹਨਾਂ ਦਾ ਵੀ ਜਿਹੜਾ ਹੁਣ ਤੱਕ ਸਾਨੂੰ ਟਣਕਾਇਆ ਗਿਆ ਹੈ, ਹੁਣ ਤੱਕ ਸਾਨੂੰ ਲਾਰੇ ਲਾਏ ਗਏ ਆ, ਉਹ ਚੀਜ਼ ਵੀ ਕਿਤੇ ਨਾ ਕਿਤੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਅਤੇ ਇਹਦੇ ਵਿੱਚੋਂ ਹੁਣ ਕਰਦਿਆਂ ਇੱਕ ਅਵੇਅਰਨੈਸ ਇਹੋ ਜਿਹੀ ਉੱਠਣੀ ਹੈ ਕਿ ਸਾਰੀ ਜਵਾਨੀ ਨੇ ਸਾਡੇ ਸਿਆਣੇ। ਮੰਗਾਂ ਦਾ ਤੁਸੀਂ ਜ਼ਿਕਰ ਕੀਤਾ, ਪੁਰਾਣੀਆਂ ਮੰਗਾਂ ਕਿਹੜੀਆਂ ਮੰਗਾਂ ਦੀ ਗੱਲ ਕਰ ਰਹੇ ਹੋ ਤੁਸੀਂ? ਫੋਰ ਐਗਜ਼ਾਮਪਲ ਸਾਡੀਆਂ ਪਾਣੀ ਦੀਆਂ ਮੰਗਾਂ ਅਜੇ ਤੱਕ ਪੈਂਡਿੰਗ ਨੇ। ਮੈਂ ਹੋਰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। ਸਾਡੇ ਭਾਖੜੇ ਦੇ ਵਿੱਚੋਂ ਜਿਹੜੀ ਬੱਤੀ ਬਣਦੀ ਹੈ ਉਹ ਬਣ ਕੇ ਜਦੋਂ ਦਿੱਲੀ ਪਹੁੰਚਦੀ ਹੈ ਤਾਂ ਯੂਨਿਟ ਦਾ ਰੇਟ ਹੋਰ ਹੈ, ਪਰ ਪੰਜਾਬ ਨੂੰ ਰੇਟ ਹੋਰ ਮਿਲ ਰਿਹਾ।
ਫਿਰ ਜੇ ਹਰਾ ਇਨਕਲਾਬ ਲਿਆਂਦਾ ਹੈ ਤਾਂ ਉਹਦੇ ਵਾਸਤੇ ਪੰਜਾਬ ਨੇ ਆਪਣੀ ਜ਼ਮੀਨ ਵੀ ਖਰਾਬ ਕੀਤੀ, ਆਪਣੇ ਪਾਣੀ ਵੀ ਖਰਾਬ ਕੀਤੇ। ਉਹਦੀ ਬਦੌਲਤ ਸਾਨੂੰ ਮਿਲਿਆ ਕਿ ਆਹ 3 ਖੇਤੀ ਕਾਨੂੰਨ। ਬਹੁਤ ਸਾਰੀਆਂ ਮੰਗਾਂ ਇੱਦਾਂ ਦੀਆਂ ਹੈਗੀਆਂ ਨੇ। ਅਨੰਦਪੁਰ ਸਾਹਿਬ ਦਾ ਮਤਾ ਵੀ ਜੇ ਤੁਸੀਂ ਪੜ੍ਹ ਕੇ ਦੇਖੋ, ਉਹ 18 ਮੰਗਾਂ ਦੀ ਗੱਲ ਵੀ ਸ਼ਾਇਦ ਹੋ ਸਕਦਾ ਕਿ ਇਹਦੇ 'ਚੋਂ ਫਿਰ ਤੋਂ ਉੱਠੇ। ਔਰ ਦੂਸਰੀ ਗੱਲ ਮੈਂ ਇਹ ਸਮਝਦਾ ਕਿ ਇਹ ਮੁਲਕ ਜਿਹੜਾ ਹੈ, ਇਹ ਮੁਲਕ ਇਹਦੇ ਵਿੱਚ ਬਹੁਤ ਸੋਹਣੀ ਡਾਇਵਰਸਿਟੀ ਹੈ, ਅਤੇ ਇਹਦੇ 'ਤੇ ਇੱਕ ਕਾਨੂੰਨ ਜਿਹੜਾ ਹੈ ਉਹ ਸਾਰੇ ਕਿਤੇ ਲਾਗੂ ਨਹੀਂ ਕੀਤਾ ਜਾ ਸਕਦਾ। ਹਰੇਕ ਦੀਆਂ ਧਾਰਮਿਕ ਪਰੰਪਰਾਵਾਂ ਅੱਡੋ ਅੱਡ ਨੇ, ਅਤੇ ਜੇ ਇੱਕ ਕਾਨੂੰਨ ਹੋਊਗਾ ਤਾਂ ਕਿਸੇ ਨਾ ਕਿਸੇ ਦੀ ਪਰੰਪਰਾ ਨੂੰ ਠੇਸ ਪਹੁੰਚਦੀ ਹੈ, ਕਿਸੇ ਦੇ ਕਿਸੇ ਰਿਚੁਅਲਸ ਨੂੰ ਠੇਸ ਪਹੁੰਚਦੀ ਹੈ। ਸੋ ਇਹ ਅਮੈਂਡਮੈਂਟਸ ਹੋਣੀਆਂ ਜ਼ਰੂਰੀ ਨੇ। ਜੇ ਤੁਸੀਂ ਡਾਇਵਰਸਿਟੀ ਨੂੰ ਇੰਜੋਏ ਕਰਨਾ ਚਾਹੁੰਦੇ ਆ ਤਾਂ ਸੰਵਿਧਾਨ ਦੇ ਵਿੱਚ ਅਮੈਂਡਮੈਂਟਸ ਬਹੁਤ ਜ਼ਰੂਰੀ ਨੇ ਇਸ ਵੇਲੇ। ਕੁਛ ਇੱਕ ਜੋ ਸਮਾਜਿਕ ਚਿੰਤਕ ਨੇ ਉਹ ਇਹ ਗੱਲਾਂ ਕਰਦੇ ਨੇ ਕਿ ਜੋ ਪੁਰਾਣੀਆਂ ਮੰਗਾਂ ਨੇ, ਜਾਂ ਭਾਵੇਂ ਆਨੰਦਪੁਰ ਦੇ ਮਤੇ ਦਾ ਤੁਸੀਂ ਜ਼ਿਕਰ ਕੀਤਾ, ਕਿ ਉਹ ਜਿਹੜੀਆਂ ਚੀਜ਼ਾਂ ਕੁਝ ਕਹਿੰਦੇ ਕਿ ਨਾਲ ਲੈ ਕੇ ਚੱਲਣੀਆਂ ਚਾਹੀਦੀਆਂ, ਕੁਝ ਕਹਿੰਦੇ ਨੇ ਕਿ ਇੱਕ ਵਾਰ ਸਾਡਾ ਵਿਰੋਧ ਜਿਹੜਾ ਇਹਨਾਂ 3 ਕਾਨੂੰਨਾਂ ਨੂੰ ਲੈ ਕੇ ਹੀ ਆ, ਹਜੇ ਉਹ ਚੀਜ਼ਾਂ ਨੂੰ ਅਸੀਂ ਇੱਕ ਪਾਸੇ ਰੱਖ ਦਈਏ, ਪਹਿਲਾਂ ਇੱਕ ਪਾਸੇ ਲੜ ਲਈਏ। ਮੈਨੂੰ ਇੱਦਾਂ ਲੱਗਦਾ ਕਿ ਇਹ ਇੱਕ ਚੀਜ਼ ਕਰਕੇ ਹੀ ਇਹ ਸਾਨੂੰ ਮਿਲਣੀ ਹੈ। ਜੇ ਅਸੀਂ ਇਕੱਠਾ ਲੈ ਕੇ ਬੈਠਾਂਗੇ ਤਾਂ ਸ਼ਾਇਦ ਅਸੀਂ ਸਕਸੈਸਫੁਲ ਨਾ ਹੋ ਸਕੀਏ। ਪਰ ਇੱਕ ਕਰਕੇ ਸਾਨੂੰ ਇੱਕ ਚੀਜ਼ ਛੋਹ ਕੇ, ਉਹਨੂੰ ਪਹੁੰਚਦੀ ਕਰਕੇ, ਉਹਨੂੰ ਕੰਪਲੀਟ ਕਰਕੇ ਫਿਰ ਅਗਲੀ ਵੱਲ ਜਿਹੜਾ ਮੋਰਚਾ ਵੱਢਣਾ ਚਾਹੀਦਾ। ਅਤੇ ਬਾਕੀ ਜਿੱਦਾਂ ਬੁੱਧੀਜੀਵੀ ਕਹਿਣਗੇ ਅਸੀਂ ਸਪੋਰਟ ਦੇ ਵਿੱਚ ਖੜੇ ਰਹਾਂਗੇ। ਵੀਰ ਸਿੰਘ ਜੀ, ਹੁਣ ਤੱਕ ਕਲਾਕਾਰਾਂ ਬਾਰੇ, ਭਾਵੇਂ ਪੰਜਾਬ ਦੇ ਸਿੰਗਰ ਹੋਣ, ਭਾਵੇਂ ਗੀਤਕਾਰ ਹੋਣ, ਸਾਰਿਆਂ ਬਾਰੇ ਤਾਂ ਨਹੀਂ, ਪਰ ਕੁਛ ਇੱਕ ਵਾਰ ਇਹ ਕਿਹਾ ਜਾਂਦਾ ਸੀ ਕਿ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ। ਵੈਸੇ ਤਾਂ ਪੰਜਾਬ ਦਾ ਕਲਚਰ ਇਹੋ ਜਿਹਾ ਸੈਲੀਬ੍ਰੇਟ ਕਰਦੇ ਰਹੇ ਨੇ, ਹਥਿਆਰਾਂ ਨੂੰ ਹੋਵੇ ਭਾਵੇਂ, ਕਿਉਂਕਿ ਪੰਜਾਬ ਦੇ ਖੂਨ ਦੇ ਵਿੱਚ ਹੀ ਬਗਾਵਤ ਹੈ। ਇਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਸਾਰਾ ਪੰਜਾਬੀ ਜੋ ਇੰਡਸਟਰੀ ਆ ਉਹ ਇੱਕ ਮੰਚ ਤੇ ਖੜੀ ਨਜ਼ਰ ਆਉਂਦੀ ਹੈ, ਤੁਹਾਨੂੰ ਕਿਦਾਂ ਦਾ ਲੱਗਦਾ, ਜਾਂ ਉਸ ਨੂੰ ਲੈ ਕੇ ਕੀ ਕਹੋਗੇ? ਪਹਿਲੀ ਗੱਲ ਤਾਂ ਇਸ ਗੱਲ ਦੀ ਸ਼ਾਬਾਸ਼ ਹੈ ਕਿ ਤੁਹਾਡੇ ਅੰਦਰ ਅਜੇ ਵੀ ਦਰਦ ਹੈਗਾ। ਚਾਹੇ ਤੁਸੀਂ ਕਿੱਦਾਂ ਦੇ ਵੀ ਗਾਣੇ ਗਾਏ ਸੀਗੇ, ਜੋ ਵੀ ਸੀਗਾ, ਪਰ ਤੁਹਾਡੇ ਅੰਦਰ ਇੱਕ ਦਰਦ ਹੈਗਾ ਕਿ ਇਹ ਜਦੋਂ ਸੰਘਰਸ਼ ਵਿੱਢੇ ਗਿਆ ਤਾਂ ਤੁਸੀਂ ਆ ਕੇ ਆਪਣਾ ਸਾਥ ਦਿੱਤਾ, ਆਪਣੇ ਫੈਨਸ ਨੂੰ ਤੁਸੀਂ ਲੈ ਕੇ ਆਏ, ਉਹਨਾਂ ਨੂੰ ਤੁਸੀਂ ਇਹਨਾਂ ਸੰਘਰਸ਼ਾਂ ਦੇ ਵਿੱਚ ਕਿਸਾਨ ਯੂਨੀਅਨ ਦੇ ਰੂਬਰੂ ਕੀਤਾ, ਬੁੱਧੀਜੀਵੀਆਂ ਦੇ ਰੂਬਰੂ ਕੀਤਾ, ਅਤੇ ਉਹ ਆਪਣੀ ਗੱਲ ਰੱਖ ਸਕੇ। ਤਾਂ ਇਹ ਸੈਲੀਬ੍ਰੇਸ਼ਨ ਵਾਲੀ ਗੱਲ ਹੈ। ਬਾਕੀ ਨਾਲ ਦੇ ਨਾਲ ਇੱਕ ਸੇਧ ਲੈਣ ਵਾਲੀ ਗੱਲ ਵੀ ਹੈ ਕਿ ਜੇ ਇੰਨੀ ਨੌਜਵਾਨੀ ਤੁਹਾਨੂੰ ਫੋਲੋ ਕਰਦੀ ਹੈ ਤਾਂ ਤੁਹਾਡੇ ਗੀਤਾਂ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ, ਤੁਸੀਂ ਪੀੜ੍ਹੀ ਨੂੰ ਕਿਸ ਪਾਸੇ ਲਾਉਣਾ। ਕਿਉਂਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਇੱਕ ਗੱਲ ਤਾਂ ਉਹਨਾਂ ਨੂੰ ਸਾਫ਼ ਪਤਾ ਲੱਗ ਗਈ ਹੋਊਗੀ ਕਿ ਜਿਹੜੀ ਉਹ ਗੱਲ ਕਹਿੰਦੇ ਸੀਗੇ ਕਿ ਇਟਸ ਜਸਟ ਐਨ ਐਂਟਰਟੇਨਮੈਂਟ, ਇਹਦਾ ਕੋਈ ਅਸਰ ਨਹੀਂ ਹੁੰਦਾ। ਅਸਰ ਤਾਂ ਬਈ ਬਹੁਤ ਹੁੰਦਾ, ਅਤੇ ਇਹ ਗੱਲ ਤੁਹਾਨੂੰ ਹੁਣ ਸਮਝ ਆ ਚੁੱਕੀ ਹੈ ਕਿ ਗੀਤ ਬੋਲਣ ਦਾ ਅਸਰ ਪੀੜ੍ਹੀ ਦੇ ਵਿੱਚ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ, ਤਾਂ ਹੀ ਅਸੀਂ ਕਿਸਾਨੀ 'ਤੇ ਗੀਤ ਕਰ ਰਹੇ ਹਾਂ। ਭਗਤ ਸਿੰਘ ਹੁਣ ਉਹਨਾਂ ਨੇ ਵੀ ਮੇਰਾ ਰੰਗ ਤੇ ਬਸੰਤੀ ਚੋਲਾ, ਜਾਂ ਤੇਲੰਗਾਨਾ ਦਾ ਜਦੋਂ ਮਸਲਾ ਉੱਠਿਆ ਸੀ ਤਾਂ ਉਦੋਂ ਵੀ ਇੱਕ ਗੀਤ ਤੋਂ ਹੀ ਸ਼ੁਰੂਆਤ ਹੋਈ ਸੀ, ਉਸ ਤੋਂ ਬਾਅਦ ਪੂਰੀ ਮੂਵਮੈਂਟ ਬਣ ਗਈ। ਪਰ ਉਸੇ ਤਰ੍ਹਾਂ ਤੁਹਾਨੂੰ ਲੱਗਦਾ ਕਿ ਹੁਣ ਜਿਹੜੇ ਥੋੜਾ ਚੇਂਜ ਆਊਗਾ, ਕਿਉਂਕਿ ਹੁਣ ਜੋ ਗੀਤ ਆ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਡੈਡੀਕੇਟ ਕਰਦੇ ਹੋਏ ਗੀਤਕਾਰ ਵੀ ਲਿਖ ਰਹੇ ਨੇ, ਸਿੰਗਰ ਵੀ ਗਾ ਰਹੇ ਨੇ? ਨਹੀਂ, ਹੁਣ ਮੈਨੂੰ ਲੱਗਦਾ ਕਿ ਇੱਕ ਸ਼ਿਫਟ ਦੇਖਣ ਨੂੰ ਮਿਲੂਗੀ। ਅਸੀਂ ਕਿਤੇ ਨਾ ਕਿਤੇ ਸਿਆਣੇ ਹੋਵਾਂਗੇ, ਦੁਬਾਰਾ ਆਪਣੀਆਂ ਅਸੀਂ ਵਾਗਾਂ ਜਿਹੜੀਆਂ ਆ ਉਹ ਸਹੀ ਦਿਸ਼ਾ ਵੱਲ ਨੂੰ ਮੋੜਨੀਆਂ ਸ਼ੁਰੂ ਕਰ ਦੇਵਾਂਗੇ। ਧੰਨਵਾਦ। ਵੀਰ ਸਿੰਘ ਹੁਣਾਂ ਦਾ ਐਕਸਪੀਰੀਅੰਸ ਕੀ ਹੈ? ਮੈਂ 1-2 ਮਿੰਟ ਦਾ ਸਮਾਂ ਹੋਰ ਲੈਣਾ ਤੁਹਾਡਾ ਐਕਸਪੀਰੀਅੰਸ, ਤੁਹਾਡਾ ਤਜਰਬਾ ਕੀ ਕਹਿੰਦਾ? ਕਿਉਂਕਿ ਜਦੋਂ ਪੰਜਾਬ ਦੀਆਂ ਤਮਾਮ ਪੋਲੀਟੀਕਲ ਪਾਰਟੀਆਂ ਇੱਕ ਪਾਸੇ ਨੇ, ਕਿਉਂਕਿ ਮੈਂ ਤੁਹਾਡੇ ਤੋਂ ਇਹ ਸਵਾਲ ਤਾਂ ਪੁੱਛ ਰਿਹਾ ਕਿ ਤੁਸੀਂ ਪੜ੍ਹਦੇ ਲਿਖਦੇ ਬਹੁਤ ਹੋ, ਤੁਹਾਡਾ ਤਜਰਬਾ ਕੀ ਕਹਿੰਦਾ, ਜਾਂ ਤੁਹਾਨੂੰ ਨਜ਼ਰ ਕੀ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਪੰਜਾਬ ਦੀਆਂ ਤਮਾਮ ਪੋਲੀਟੀਕਲ ਪਾਰਟੀਆਂ ਇੱਕ ਪਾਸੇ ਨੇ, ਦੇਸ਼ ਭਰ ਤੋਂ 500 ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਦਿੱਲੀ ਘੇਰਨ ਦਾ ਐਲਾਨ ਕੀਤਾ, ਪੰਜਾਬ ਦੇ ਵਿੱਚੋਂ ਵੀ 30-31 ਜਥੇਬੰਦੀਆਂ ਨੇ ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਇਕੱਠੇ ਹੋ ਕੇ ਦਿੱਲੀ ਕੂਚ ਕਰਨਾ। ਤੁਹਾਨੂੰ ਸਿੱਟਾ ਨਿਕਲਦਾ ਕੀ ਨਜ਼ਰ ਆ ਰਿਹਾ? ਇੱਕ ਇਕਲੌਤੀ ਪਾਰਟੀ ਬੀਜੇਪੀ ਹੈ ਜੋ ਇਹ ਕਹਿੰਦੀ ਹੈ, ਜੋ ਫਾਇਦੇ ਗਿਣਾਉਂਦੀ ਨਜ਼ਰ ਆ ਜਾਂਦੀ ਹੈ। ਕੱਲ੍ਹ ਵੀ ਅਸੀਂ ਇੱਕ ਕਿਸਾਨ ਬੀਜੇਪੀ ਆਗੂ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਕਿ ਜੀ ਇਹ ਤਾਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੋਇਆ। ਤੁਹਾਨੂੰ ਲੱਗਦਾ ਕਿਸਾਨ ਗੁੰਮਰਾਹ ਹੋਏ ਨੇ ਜਿਹੜੇ ਧਰਨਿਆਂ ਤੇ ਬੈਠੇ ਆ? ਕਿਤੇ ਨਾ ਕਿਤੇ ਨਾ ਸੈਂਟਰ ਦੀ ਸੋਚ ਇਹ ਹੈ ਕਿ ਇਹ ਪੜ੍ਹੇ ਲਿਖੇ ਨਹੀਂ, ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਨੇ ਕੋਈ ਕਿਤਾਬ ਖੋਲ੍ਹ ਕੇ ਨਹੀਂ ਦੇਖੀ ਕਦੇ। ਇਹ ਬਹੁਤ ਵੱਡਾ ਵਹਿਮ ਆ ਉਹਨਾਂ ਦਾ। ਹੁਣ ਦਾ ਪੰਜਾਬ ਦਾ ਜਿਹੜਾ ਜੱਟ ਹੈ, ਜਿਹੜਾ ਕਿਸਾਨ ਹੈ, ਉਹ ਬਹੁਤ ਪੜ੍ਹ ਲਿਖ ਗਿਆ, ਔਰ ਉਹ ਚੰਗੀਆਂ ਐਗਰੀਕਲਚਰ ਯੂਨੀਵਰਸਿਟੀਜ਼ ਦੇ ਵਿੱਚ ਵੀ ਸਾਡੇ ਬੱਚੇ ਪੜ੍ਹ ਰਹੇ ਨੇ ਪਿੰਡਾਂ ਦੇ, ਔਰ ਬਖੂਬੀ ਜਾਣਦੇ ਨੇ ਕਿ ਇਹਨਾਂ ਬਿੱਲਾਂ ਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ। ਅਤੇ ਜੇ ਇੰਨਾ ਪੜ੍ਹੇ ਲਿਖੇ ਬੱਚੇ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਖੜੇ ਨੇ ਤਾਂ ਫਿਰ ਸੈਂਟਰ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਹੈ। ਗੱਲ ਹਾਰ ਮੰਨਣ ਦੀ ਵੀ ਨਹੀਂ ਹੈ, ਗੱਲ ਤਾਂ ਸਿੱਧੀ ਸਾਫ਼ ਆ ਕਿ ਸਰਕਾਰ ਹੁੰਦੀ ਕਾਹਦੇ ਵਾਸਤੇ? ਲੋਕਾਂ ਦੇ ਫਾਇਦੇ ਵਾਸਤੇ। ਜੇ ਲੋਕਾਂ ਨੂੰ ਫਾਇਦਾ ਨਹੀਂ ਦਿਸ ਰਿਹਾ ਇਹਦੇ ਵਿੱਚ ਤਾਂ ਫਿਰ ਸਰਕਾਰ ਨੂੰ ਇਹਦੇ ਵਿੱਚ ਅਮੈਂਡਮੈਂਟਸ ਜ਼ਰੂਰ ਕਰਨੀਆਂ ਚਾਹੀਦੀਆਂ। ਵੈਸੇ ਤਾਂ ਪੋਲੀਟੀਕਲ ਕੁਐਸਚਨ ਆ ਜਿਹੜਾ ਮੈਂ ਪੁੱਛ ਰਿਹਾ, ਤੁਹਾਡੇ ਤੋਂ ਬਣਦਾ ਨਹੀਂ, ਪਰ ਫਿਰ ਵੀ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਸੁਣਦੇ ਦੇਖਦੇ ਆ, ਬਹੁਤ ਸਾਰੇ ਲੋਕ, ਕਿਉਂਕਿ ਤੁਸੀਂ ਉਸ ਹਿਸਾਬ ਦਾ ਲਿਖਦੇ ਹੋ, ਕਿਉਂਕਿ ਜਿਸ ਹਿਸਾਬ ਦੇ ਨਾਲ ਬੀਜੇਪੀ ਇਹ ਕਹਿ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਇੰਪਰੂਵ ਕਰ ਰਹੇ ਹਾਂ ਪੰਜਾਬ ਦੇ ਵਿੱਚ ਬੀਜੇਪੀ ਨੂੰ,
ਅਕਾਲੀ ਦਲ ਨੇ ਅਲਾਈਅੰਸ ਤੋੜਿਆ। ਅਕਾਲੀ ਦਲ ਪਹਿਲਾਂ ਹਾਲਾਂਕਿ ਸਲਾਹਤ ਕਰ ਰਿਹਾ ਸੀ ਇਸ ਬਿੱਲ ਦੀ, ਉਦੋਂ ਕਾਨੂੰਨ ਨਹੀਂ ਬਣਿਆ ਸੀ, ਉਦੋਂ ਸਲਾਹਤ ਕਰ ਰਿਹਾ ਸੀ। ਉਸ ਤੋਂ ਬਾਅਦ 9 ਮਾਸ ਦਾ ਵੀ ਰਿਸ਼ਤਾ ਕਿਹਾ ਜਾਂਦਾ ਸੀ, ਉਹ ਵੀ ਟੁੱਟ ਗਿਆ। ਉਸ ਤੋਂ ਬਾਅਦ ਜਦੋਂ ਹੁਣ ਇਕੱਲੀ ਬੀਜੇਪੀ ਹੀ ਕਿਉਂ ਫਿਰ ਉਸ ਚੀਜ਼ ਦੀ ਸਿਫਤ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਚੀਜ਼ ਨੂੰ ਲੈ ਕੇ? ਕਿਉਂਕਿ ਅਕਾਲੀ ਦਲ ਨੇ ਵੀ ਇਹ ਗੱਲਾਂ ਕਹੀਆਂ ਕਿ ਜੀ ਤਾਂ ਅਸੀਂ ਤਾਂ ਕੁਝ ਕਿਹਾ ਨਹੀਂ ਸੀਗਾ। ਹਾਲਾਂਕਿ ਪਹਿਲਾਂ ਜ਼ਰੂਰ ਤਾਰੀਫਾਂ ਕਰਦੇ ਨਜ਼ਰ ਆ ਰਹੇ ਸੀ, ਭਾਵੇਂ ਬੀਬਾ ਹਰਸਿਮਰਤ ਬਾਦਲ ਹੋਣ, ਵਜ਼ਾਰਤ ਤੋਂ ਇਸਤੀਫਾ ਦੇਣ ਤੋਂ ਬਾਅਦ ਸੁਰ ਬਦਲ ਗਏ ਜੀ। ਇਹਦੇ 'ਚ ਨਾ ਮੈਂ ਇੱਕ ਤੁਹਾਨੂੰ ਬੜੀ ਸਿੱਧੀ ਜੀ ਐਗਜ਼ਾਮਪਲ ਦਿੰਦਾ ਆ ਕਿ ਮੰਨ ਲਓ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਹੋਵਾਂ ਤੇ ਮੈਂ ਕਿਹੜੇ ਲੋਕਾਂ ਦੇ ਵਿੱਚ ਰਹਿਣਾ, ਕਿਹਨਾਂ ਦੇ ਇਨਫਲੂਐਂਸ ਦੇ ਵਿੱਚ ਰਹਿਣਾ, ਤੇ ਮੈਂ ਜਿਹੜੀ ਗੱਲ ਕਰਦਾ ਉਹਦੇ 'ਚ ਕਿਹਦੀ ਖੁਸ਼ਾਮਦੀਦ ਹੈ, ਮੈਂ ਉਹ ਗੱਲ ਕਿਹਦੇ ਬੈਨੀਫਿਟਸ ਲਈ ਕਰਦਾ ਆ, ਇਹ ਚੀਜ਼ ਮੈਟਰ ਕਰਦੀ ਹੈ ਮੈਨੂੰ। ਮੇਰੇ ਵਾਸਤੇ ਨਿੱਜੀ ਤੌਰ ਤੇ ਮੈਨੂੰ ਕੀ ਮੈਟਰ ਕਰਦਾ, ਦੇਸ਼ ਵਾਸਤੇ ਤਾਂ ਕਿੱਥੇ ਸੋਚਿਆ ਜਾ ਰਿਹਾ, ਦੇਸ਼ ਵਾਸਤੇ ਨਹੀਂ ਸੋਚਿਆ ਜਾ ਰਿਹਾ, ਤਾਂ ਨਿੱਜੀ ਫਾਇਦਿਆਂ ਦੀ ਗੱਲ ਹੈ। ਹੁਣ ਜਿਹੜੇ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਨਿੱਜੀ ਸਨਅਤਕਾਰ ਕਹਿ ਲਓ ਜਾਂ ਜਿਨ੍ਹਾਂ ਕੋਲ ਸਰਮਾਇਆ ਹੈਗਾ ਆ, ਉਹਨਾਂ ਬੰਦਿਆਂ ਦਾ ਹਿੱਤ ਕਿਉਂ ਨਾ ਕਰੂਗਾ ਸੈਂਟਰ? ਕਿਉਂਕਿ ਸੈਂਟਰ ਰਨ ਉਹਨਾਂ ਕਰਕੇ ਹੋ ਰਿਹਾ ਆ, ਪਾਰਟੀਜ਼ ਰਨ ਫੰਡ ਉਹਨਾਂ ਤੋਂ ਹੋ ਰਹੀਆਂ ਆ, ਤੇ ਓਬਵੀਅਸਲੀ ਉਹ ਇਹਦੇ ਫਾਇਦੇ ਗਿਣਾਉਣਗੇ ਕਿਉਂਕਿ ਉਹਨਾਂ ਦਾ ਆਪਣਾ ਨਿੱਜੀ ਫਾਇਦਾ ਵੀ ਇਹਦੇ ਵਿੱਚ ਹੈ। ਤੇ ਜੇ ਵਾਕਿਆ ਫਾਇਦਾ ਹੋਵੇ ਤੇ ਅਸੀਂ ਮੂਰਖ ਥੋੜ੍ਹੀ ਹਾਂ ਵੀ ਅਸੀਂ ਆਪਣਾ ਫਾਇਦਾ ਛੱਡ ਕੇ ਨੁਕਸਾਨ ਵਾਲੇ ਪਾਸੇ ਨੂੰ ਮੂੰਹ ਕਰ ਲਵਾਂਗੇ। ਜੇ ਸਾਨੂੰ ਦਿਸਦਾ ਆ ਵੀ ਇਹਦੇ 'ਚ ਅੱਗੇ ਹਨੇਰਾ ਆ ਤਾਂ ਹੀ ਅਸੀਂ ਸਾਰੇ ਇਕੱਠੇ ਰਲ ਕੇ ਇਹਦੇ ਅਗੇਂਸਟ ਬੈਠੇ ਹੋਏ ਹਾਂ। ਬਹੁਤ ਸ਼ੁਕਰੀਆ ਵੀਰ ਸਿੰਘ ਜੀ। ਥੈਂਕ ਯੂ ਜੀ। ਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ तमाम ਚੀਜ਼ਾਂ ਨੂੰ ਲੈ ਕੇ ਬਰੀਫ ਅਸੀਂ ਇਹਨਾਂ ਤੋਂ ਕੋਸ਼ਿਸ਼ ਕੀਤੀ ਕਿ ਕਿਉਂਕਿ ਪੰਜਾਬੀ ਕਲਚਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਖੂਨ ਦੇ ਵਿੱਚ ਹੀ ਬਗਾਵਤ ਹੈ, ਔਰ ਉਸੇ ਹਿਸਾਬ ਦੇ ਨਾਲ ਹੀ ਪੰਜਾਬ ਦੇ ਕਲਾਕਾਰ ਵੀ ਮੈਨੂੰ ਲੱਗਦਾ ਪਹਿਲੀ ਵਾਰ ਹੀ ਇੱਕ ਸਟੇਜ ਤੇ ਖੜੇ ਨਜ਼ਰ ਆ ਰਹੇ, ਕਿਉਂਕਿ ਕਿਸਾਨ ਭਾਈਚਾਰੇ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਪੰਜਾਬ ਦੇ ਭਾਵੇਂ ਕਲਾਕਾਰ ਹੋਣ, ਪੰਜਾਬ ਦੇ ਗਾਇਕ ਹੋਣ, ਪੰਜਾਬ ਦੇ ਗੀਤਕਾਰ ਹੋਣ, ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਆ। ਤੇ 26 ਤੇ 27 ਨਵੰਬਰ ਨੂੰ ਲੈ ਕੇ ਵੀ ਉਹਨਾਂ ਨੇ ਤਿਆਰੀਆਂ ਖਿੱਚੀਆਂ ਹੋਈਆਂ ਨੇ ਤੇ ਕਿਸਾਨਾਂ ਦੇ ਨਾਲ ਡਟੇ ਰਹਿਣ ਦਾ ਐਲਾਨ ਕੀਤਾ। ਕੈਮਰਾ ਪਰਸਨ ਰਵੀ ਸ਼ੰਕਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।